ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਸਵਸਤੀ ਸ੍ਰੀ ਗੁਰੂ ਨਾਨਕੋ ਵਿਜਯਤੇ ਵੰਦੇ ਗੁਰੂ ਨਾਨਕਮ। ਗੋਪਿਓਹਮ ਗੁਰੂ ਨਾਨਕੇਨ ਸਤਤਮ श्री नानकाय ओम नमः। नान्यो में गुरु नानकाद गुरुवरा श्री नानकस्यास्म्यहम् दासः सद्गुरु नानके ममरति त्रायस्व माम नानक। यो वन्द्यः खलु पापनाशन परो धेयो जनैः सर्वदा। श्लाघ्यो वै भुवि पण्डितैश्च सुखदो धीदोषः धर्मदः। भक्तानामपि वाञ्छितादिफलदः श्रद्धावतां धीमतां। वन्दे तं गुरुनानकादिरचितं ग्रन्थं परं पावनम्। जेता जियो पिंड सब तेरा तू अंतरजामी पुरख भगवान। दासन दास कह जन नानक जेहा तू कराए है तेहा हो करी बख्यान। कहा बुद्ध प्रभ तुच्छ हमारी बर न सकै महिमा जो तिहारी। हम न सख्त कर सिफत तुम्हारी आप ले हो तुम कथा सुधारी। श्री गुर शब्द कमाए जिन जीते पंच विकार। तिन संतन को बंदना सिर चरणन पर तार। एक अंकारा सतगुरु तेह प्रसाद सच होए। वाहिगुरु जी की फतेह है विघ्न विनाशन सोए। पतत पावन भगत वत्सल किरपा दिख जाने साहिबे कमाल चबर छत्र तख्त दे मालक सतगुरु। धन सतगुरु श्री गुरु ग्रंथ साहिब जी दी पावन पवित्र हजूरी विच जुड़ मिल करके अति सन्मानयोग परम आदरणीय धन धन श्रीमान संत बाबा आनंद सिंह जी महाराज, धन धन श्रीमान संत बाबा ईश्वर सिंह जी महाराज तिन्हां सतपुरुषां दी याद विच सत्कारयोग श्रीमान संत बाबा हरचरण सिंह जी महाराज दे पुरुषार्थ दे सदका इस पावन महापुरुषां दे तप स्थान ते उस महापुरुषां दी पावन याद विच जो समागम गुर भगती शब्द जाप दे चल रहे ने, इन्हां समागमां विच हाजरियां भर रही गुरु रूप गुरु खालसा साध संगत जी। ਆਪਾਂ ਸਾਰੇ ਵਡਭਾਗੇ ਹਾਂ ਜਿਨ੍ਹਾਂ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਤਰਸ ਕੀਤਾ ਹੈ, ਦਇਆ ਕੀਤੀ ਹੈ। ਆਪਣੇ ਪਵਿੱਤਰ ਚਰਨਾਂ ਵਿੱਚ ਬੈਠਣ ਦਾ ਸੁਭਾਗ ਬਖਸ਼ਿਆ ਹੈ। ਜਿੰਨਾ ਕੁ ਸਮਾਂ ਆਪਣੇ ਕੋਲ ਸਤਿਗੁਰੂ ਜੀ ਹੋਰ ਬਖਸ਼ਿਸ਼ ਕਰਦੇ ਨੇ, ਹੁਣੇ ਹੁਣੇ ਆਪ ਜੀ ਨੇ
ਬਹੁਤ ਹੀ ਵੈਰਾਗਮਈ ਰਸ ਪਿੰਨਾ ਕੀਰਤਨ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤਾ ਹੈ। ਸਾਰੀਆਂ ਸੰਗਤਾਂ ਚਿੱਤ ਬਿਰਤੀਆਂ ਇਕਾਗਰ ਕਰੋ, ਗੁਰੂ ਚਰਨਾਂ ਨਾਲ ਜੁੜਨ ਦਾ ਯਤਨ ਕਰੀਏ। ਸਾਰੇ ਇੱਕ ਵਾਰ ਸਤਿਗੁਰੂ ਨੂੰ ਯਾਦ ਕਰੀਏ। ਆਪ ਜੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਆਨੰਦ ਸਮਾਂ ਬਣਿਆ ਹੋਇਆ ਹੈ, ਆਨੰਦਦਾਇਕ ਮਾਹੌਲ ਹੈ। ਸਤਿਗੁਰੂ ਜੀ ਦੇ ਚਰਨਾਂ ਵਿੱਚ ਜੋ ਅੰਮ੍ਰਿਤਮਈ ਗੁਰਬਾਣੀ, ਜਿਹੜੀ ਗੁਰਬਾਣੀ ਜਿਹਦੇ ਬਾਬਤ ਸਤਿਗੁਰੂ ਜੀ ਆਪ ਕਹਿੰਦੇ ਨੇ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਐਸੀ ਅੰਮ੍ਰਿਤਮਈ ਗੁਰਬਾਣੀ ਆਪਾਂ ਸਰਵਣ ਕਰ ਰਹੇ ਹਾਂ। ਜਿਸ ਗੁਰਬਾਣੀ ਦੀ ਵਿਚਾਰ ਸਤਿਗੁਰੂ ਜੀ ਆਪ ਕਿਰਪਾ ਕਰਕੇ ਕਰਾਉਂਦੇ ਨੇ। ਹਮਰੀ ਜਿਹਵਾ ਏਕ ਪ੍ਰਭ ਹਰਿ ਕੇ ਗੁਣ ਅਗਮ ਅਥਾਹ। ਤੇ ਆਪਾਂ ਫਿਰ ਵੀ ਯਤਨ ਕਰਦੇ ਹਾਂ ਜੋ ਮਹਾਂਪੁਰਸ਼ਾਂ ਨੇ ਦਾਸ ਨੂੰ ਹੁਕਮ ਕੀਤਾ ਹੈ। ਅੱਜ ਦੇ ਇਸ ਪਾਵਨ ਹਾਜ਼ਰੀ ਵਿੱਚ ਅਤੇ ਕੱਲ੍ਹ ਦੀ ਹਾਜ਼ਰੀ ਵਿੱਚ ਜੋ ਵਿਸ਼ੇ ਮਹਾਂਪੁਰਸ਼ਾਂ ਨੇ ਆਗਿਆ ਕੀਤੀ ਹੈ, ਸੰਤ ਮਹਾਤਮਾ, ਭਾਵੇਂ ਕਿ ਇਸ ਵਿਸ਼ੇ ਬਾਰੇ ਕੁਛ ਵੀ ਕਹਿਣਾ ਮੇਰੇ ਵਰਗੇ ਛੋਟੇ ਜਿਹੇ ਜੀਵ ਦੇ ਵੱਸ ਦੀ ਬਾਤ ਨਹੀਂ ਹੈ। ਇਹ ਐਸਾ ਮਹਾਨ ਵਿਸ਼ੇ ਹੈ ਜਿਸ ਦੇ ਬਾਬਤ ਮੇਰੇ ਵਰਗੇ ਨੇ ਕੁਛ ਕਹਿਣਾ ਤਾਂ ਨਹੀਂ ਬਣਦਾ। ਫਿਰ ਵੀ ਆਪ ਸੰਗਤਾਂ ਦੇ ਵਿੱਚ ਬੈਠ ਕੇ ਯਤਨ ਕਰਦੇ ਹਾਂ ਕਿ ਮਹਾਂਪੁਰਸ਼ਾਂ ਦੀ, ਸਤਿਪੁਰਸ਼ਾਂ ਦੀ ਉਸਤਤ ਵਿੱਚ ਕੁਛ ਕਹਿਣ ਦਾ ਯਤਨ ਕਰੀਏ। ਕੁਝ ਸ਼ਬਦ ਆਪ ਸੰਗਤਾਂ ਦੇ ਨਾਲ ਸਾਂਝੇ ਕਰਨ ਦਾ ਯਤਨ ਕਰਦੇ ਹਾਂ। ਇਹ ਜੋ ਆਪਾਂ ਨੂੰ ਮਨੁੱਖ ਜਨਮ ਪ੍ਰਾਪਤ ਹੋਇਆ ਹੈ, ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਮਨੁੱਖ ਜਨਮ ਪ੍ਰਾਪਤ ਹੋ ਜਾਣਾ ਬਹੁਤ ਵੱਡੇ ਭਾਗ ਹਨ। ਸੰਸਾਰ ਦੇ ਵਿੱਚ ਦੁਰਲਭ ਮੰਨਿਆ ਜਾਂਦਾ ਹੈ ਮਨੁੱਖ ਜਨਮ। ਇੱਕ ਸ਼ੰਕਰਾਚਾਰਿਆ ਜੀ ਮਹਾਰਾਜ ਜੋ ਸੰਸਕ੍ਰਿਤ ਦੇ ਵਿਦਾਂਤ ਦੇ ਮਹਾਨ ਆਚਾਰੀਆ ਨੇ, ਉਹਨਾਂ ਨੇ ਇੱਕ ਬਚਨ ਕੀਤਾ ਹੈ, ਦੁਰਲਭਮ ਤ੍ਰਯਮੇ ਵੈਤਦ ਦੇਵਾਨੁਗ੍ਰਹ ਹੇਤੁਕਮ ਮਨੁੱਖਯਤਵ ਮੁਮੁਖਸ਼ਤਵ ਮਹਾਪੁਰਸ਼ ਸੰਸਰਿਆ। ਉਹ ਕਹਿੰਦੇ ਨੇ ਤਿੰਨ ਚੀਜ਼ਾਂ ਸੰਸਾਰ ਵਿੱਚ ਅਤੀ ਦੁਰਲਭ ਮੰਨੀਆਂ ਜਾਂਦੀਆਂ ਨੇ। ਇੱਕ ਤੇ ਆਪਾਂ ਨੂੰ ਜੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਮਨੁੱਖ ਜਨਮ ਪ੍ਰਾਪਤ ਹੋਇਆ ਹੈ, ਬਹੁਤ ਦੁਰਲਭ ਹੈ। ਕਈ ਜਨਮ ਭਰਮਣ ਤੋਂ ਬਾਅਦ, ਭਟਕਣ ਤੋਂ ਬਾਅਦ ਇਹ ਆਪਾਂ ਨੂੰ ਮਨੁੱਖ ਜਨਮ ਪ੍ਰਾਪਤ ਹੋਇਆ ਹੈ। ਮਨੁੱਖ ਜਨਮ ਪ੍ਰਾਪਤ ਕਰਕੇ ਵੀ ਉਹ ਕਹਿੰਦੇ ਨੇ ਇੱਕ ਹੋਰ ਬੜੀ ਦੁਰਲਭ ਚੀਜ਼ ਹੈ। ਮਨੁੱਖ ਜਨਮ ਪ੍ਰਾਪਤ ਕਰਕੇ ਸਾਡੇ ਵਿੱਚ ਮਨੁੱਖਤਾ ਆ ਜਾਏ, ਅਸੀਂ ਉਸ ਮਨੁੱਖ ਜਨਮ ਦੇ ਰਹੱਸ ਨੂੰ ਸਮਝ ਸਕੀਏ। ਮਨੁੱਖਯਤਵ, ਮੁਮੁਖਤਾ ਆ ਜਾਏ, ਮਾਨਵਤਾ ਆ ਜਾਏ। ਮਨੁੱਖ ਤੇ ਸਾਰੇ ਹੀ ਨੇ ਜਿੰਨੇ ਵੀ ਨੇ, ਪਰ ਮਾਨਵਤਾ ਸਾਰਿਆਂ ਵਿੱਚ ਨਹੀਂ ਹੈ। ਮਾਨਵਤਾ ਆਪਾਂ ਸਾਰੇ ਸਮਝਦੇ ਹੀ ਹਾਂ। ਜੋ ਸਾਡੀ ਮਾਨ ਮਰਿਆਦਾ, ਜੋ ਸਾਨੂੰ ਨਿਯਮ, ਜੋ ਪ੍ਰਕਿਰਤੀ ਦੇ ਵਿੱਚ ਰਹਿਣ ਦਾ, ਆਚਰਣ, ਜੀਵਨ ਬਤੀਤ ਕਰਨ ਦੇ ਜੋ ਨਿਯਮ ਹੈ, ਇਹ ਮਾਨਵਤਾ ਹੈ। ਅਥਵਾ ਮੁਮੁਖਸ਼ਤਵਮ, ਇੱਕ ਤੇ ਬਹੁਤ ਦੁਰਲਭ ਮਨੁੱਖ ਜਨਮ ਹੈ ਮਨੁੱਖਯਤਵਮ, ਔਰ ਦੂਸਰਾ ਹੈ ਮੁਮੁਖਸ਼ਤਵਮ। ਮੁਮੁਖਸ਼ਤਵਮ ਦਾ ਅਰਥ ਹੈ ਕਿ ਇਸ ਜੀਵ ਦਾ ਸੰਸਾਰ ਵਿੱਚੋਂ ਉਧਾਰ ਕਿਵੇਂ ਹੋਵੇ, ਸਾਡਾ ਭਲਾ ਕਿਵੇਂ ਹੋਵੇ, ਸਾਨੂੰ ਉਸ ਪਰਮਾਤਮਾ ਦੇ ਨਾਲ ਅਭੇਦਤਾ ਕਿਵੇਂ ਪ੍ਰਾਪਤ ਹੋਵੇ, ਐਸੀ ਇੱਛਾ ਪੈਦਾ ਹੋ ਜਾਣਾ ਇਹ ਅਤੀ ਦੁਰਲਭ ਹੈ। ਕਿਹਨੂੰ ਪੈਦਾ ਹੁੰਦੀ ਹੈ? ਮਨੁੱਸਿਆ ਨਾਮ ਸਹਸਰੇ ਸੁ ਕਸ਼ਚਿ ਜਤਤੀ ਸਿੱਧਾਏ ਜਤਤਾਮਪੀ ਸਿੱਧਾ ਨਾਮ ਕਸ਼ਚਨ ਮਾਮ ਵੇਤੀ ਤਤਵਤः। ਇਹ ਗੀਤਾ ਦਾ ਬਚਨ ਹੈ। ਮਨੁੱਸਿਆ ਨਾਮ ਸਹਸਰੇ ਸੁ ਕਸ਼ਚਿਤ, ਜਿਵੇਂ ਸਤਿਗੁਰੂ ਜੀ ਮਹਾਰਾਜ ਕਹਿੰਦੇ ਨੇ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਕੋਟਨ ਮੈਂ ਨਾਨਕ ਕੋਊ ਨਾਰਾਇਣ ਜਿਹ ਚੀਤ। ਇਸ ਤਰ੍ਹਾਂ ਦਾ ਬਚਨ ਕਹਿੰਦੇ ਨੇ।
गीता के अंदर भगवान कृष्ण जी कहते भी सहासरे सू हजारां मनुखां दे विचों कश्चित जतती, कोई एक ऐसा आदमी है जिहड़ा यत्न करता है कि मैं इस संसार तो छुट जावां, मेरा भला हो जाए। बहुत तादाद लोगों की संसारिक इच्छा हुंदी है। ते जतता मपी सिद्धा नाम, कहते उन्हां चों यत्न करन वालियां चों भी पहले तो हजारां विचों कोई एक ने जिहड़े यत्न करते हैं, फिर यतता मपी कहते जिहड़े यत्न करने वाले उन्हां दे विचों भी कश्चन माम बेती, कोई एक है जिहड़ा कहते उस परमात्मा नूं साक्षात दर्शन करता है, आत्मिक आनंद विच स्थित हुंदा है। कोई एक ऐसा हुंदा है। वो कौन ने जिहड़े उस नूं जान लैंदे ने? वो कौन ने? उन्हां दे बाबत अज आपां विचार कर रहे हैं ना। नारायण जिह चीत, जिहदे अंदर नारायण दे चित्त दे विच नारायण दा, परमात्मा दा, ब्रह्म दा, प्रभु दा निवास साक्षात्कार जिसनूं दर्शन हो जाते ने, उसनूं कहंदे ने संत। जिवें कि एक बचन आप जी पढ़ते रहंदे हो हर रोज़, ऐस पावन स्थान ते आप जी सुखमनी साहिब जी दे जापां दी लड़ी विच हिस्सा लैंदे हो। आपां उस बचन विचों ही याद करिए, गुरु महाराज जी कहंदे ने कि संत की जिहड़ी महिमा है ना, अपने वर्गे जीव की तो गल बहुत दूर दी है। साध की महिमा वेद न जाने। एक जीव क्या जान सकता है किसी महात्मा की, साधु की महिमा? कहंदे ने भी वेद भी नहीं जान सकता। तिन्ना लोकां दी जिहड़ी सृष्टि कायनात है उसका विचार वेद के अंदर है। तिन्ना लोकां दी गल कर दिंदे ने, हरेक चीज़ का ज्ञान है, पर इत्थे आके विराम लाता गुरु अर्जन देव जी सच्चे पातशाह कहंदे कि साध की महिमा वेद न जाने। जिहड़ी साधु की महात्मा की उपमा है ना, वो महिमा आ, उत्थे आके वेद भगवान चुप हो जाते हैं, कहंदे नहीं कुछ। वैसे संत, साध ਜਾਂ साधु, ब्रह्म ज्ञानी, भगत, गुरसिख अनेकां नाम नाल आपां याद करते हैं। भगत भी कहने, गुरसिख भी कहने, संत भी कहने, साध भी कहने। ये थोड़ा थोड़ा विचारन का फर्क है, अवस्था का फर्क है। कोई साधना करने वाला है वो साधक है, कोई साधना करके मंजिल ते पहुँच चुका है वो सिद्ध है, उन्होंने कहते हैं सिद्ध। सिद्ध कहो या ब्रह्म ज्ञानी कहो। सिद्ध का अर्थ कोई आम सिद्ध जिहड़े 84 सिद्ध वो नहीं, जिहड़ा साधना करके साधना की जो मुकम्मलता है ना उस मंजिल ते जो पहुँच गया उसनूं कहंदे ने सिद्ध, उसनूं कहंदे ने ब्रह्म ज्ञानी। हुण साध ते ब्रह्म ज्ञानी सुखमनी साहिब के अंदर आप जी पढ़ते रहंदे हो ना, दोवां दा खुलासा कि साध बारे महाराज जी कहते हैं कि अगम अगाध पार ब्रह्म सोए, जो जो कहे सो मुक्ता होए, सुन मीता नानक बिनवंता साध जना की अचरज कथा। तो जिहड़ा सिद्ध है, जिहड़ा सिद्ध अवस्था नूं पहुँच गया वो कौन है? मन साचा मुख साचा सोए, अवर न पेखै एक किस बिन कोए, नानक यह लक्षण ब्रह्म ज्ञानी होए। ये सिद्ध की अवस्था है, ब्रह्म ज्ञानी की अवस्था है। ये अवस्था है तो शरीर दे विच ही रह के माणेगा ना कोई। शरीर दे अंदर रह करके ही इस अवस्था का अनुभव हो सकता है। ए जो शरीर आपां नूं मिलिया हर एक शरीर विच नहीं, मनुख शरीर विच। और शरीर का अवस्था का आत्मा का की संबंध है? शरीर दे नाल आत्मा का की संबंध है? आपां किस चीज़ नूं साधु मनते हाँ, आपां किस नूं संत कहने हाँ? विचार तो यही आपां करनी है भी आपां संत किनूं कहने हैं, आपां साधु किनूं कहने हैं? शरीर नूं कहने हैं जां आत्मा नूं कहने हैं? ये अपने उपर निर्भर करता है कि आपां उस साधु नूं किवें जाणदे हां, वो साधु किहो जिहा है, उहदी अवस्था की है, ये अपने उत्ते निर्भर कर रहा है।
ਹੁਣ ਸਰੀਰ ਪੰਜਾਂ ਤੱਤਾਂ ਦਾ, ਸਾਰੇ ਆਪਾਂ ਸਮਝਦੇ ਹਾਂ ਵੀ ਸਰੀਰ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ। ਪੰਜ ਤੱਤ ਕੋ ਤਨ ਰਚਿਓ, ਸਾਰਿਆਂ ਨੂੰ ਪਤਾ ਹੈ। ਉਸ ਪੰਜ ਤੱਤ ਦੇ ਬਣੇ ਹੋਏ ਸਰੀਰ ਦਾ ਨਾਮ ਸਾਧੂ ਹੈ, ਸੰਤ ਹੈ, ਬ੍ਰਹਮ ਗਿਆਨੀ ਹੈ, ਜਾਂ ਆਤਮਾ ਦਾ ਨਾਮ ਹੈ। ਆਪਣੀ ਦ੍ਰਿਸ਼ਟੀ ਵਿੱਚ ਆਪਾਂ ਬਾਹਰ ਵਾਲੇ ਭੇਖ ਨਾਲ ਜੁੜ ਕੇ ਉਸ ਨੂੰ ਸਾਧੂ ਮੰਨਦੇ ਹਾਂ, ਉਸ ਨੂੰ ਸੰਤ ਕਹਿੰਦੇ ਹਾਂ, ਜਾਂ ਆਪਾਂ ਆਤਮਾ ਨੂੰ ਸਾਧੂ ਕਹਿੰਦੇ ਹਾਂ। ਭਾਵੇਂ ਕਿ ਜਿੱਥੇ ਕਿਸੇ ਦੀ ਅਵਸਥਾ ਟਿਕੀ ਹੈ, ਜਿੱਥੇ ਕਿਸੇ ਦੀ ਬਿਰਤੀ ਹੈ, ਉਹ ਉਸੇ ਅਨੁਸਾਰ ਇਸ ਸ਼ਬਦ ਦੀ ਵਿਆਖਿਆ ਕਰਦੇ ਨੇ, ਖਾਸ ਕਰਕੇ ਅੱਜ ਕੱਲ੍ਹ ਇਸੇ ਕਰਕੇ ਮਹਾਂਪੁਰਸ਼ ਵਿਸ਼ੇ ਰੱਖਿਆ ਕਿ ਆਪਾਂ ਵਿਚਾਰੀਏ ਵੀ ਜੋ ਕੁਛ ਆਪਾਂ ਸੰਤਾਂ ਮਹਾਤਮਾ ਬਾਰੇ ਸੁਣਦੇ ਹਾਂ ਉਹ ਕੀ ਹੈ, ਤੇ ਅਸਲ ਵਿੱਚ ਸੰਤ ਮਹਾਤਮਾ ਕੌਣ ਹੁੰਦੇ ਨੇ। ਹੁਣ ਜਿਹਦੀ ਦ੍ਰਿਸ਼ਟੀ ਬਾਹਰ ਵਾਲੀ ਹੈ ਨਾ, ਜਿਵੇਂ ਆਪ ਜੀ ਨੇ ਸਾਖੀ ਸੁਣੀ ਅਸ਼ਟਾਵਕਰ ਵਾਲੀ, ਸਾਰਿਆਂ ਨੂੰ ਪਤਾ ਹੈ ਵੀ ਅਸ਼ਟਾਵਕਰ ਜੀ ਨੂੰ ਜਦੋਂ ਦੇਖ ਕੇ ਹੱਸੇ ਨਾ ਜਨਕ ਦੀ ਸਭਾ ਦੇ ਲੋਕ, ਤੇ ਉਹ ਵੀ ਖੜਖੜਾ ਕੇ ਹੱਸ ਪਏ। ਉਹ ਕਹਿੰਦੇ ਵੀ ਅਸੀਂ ਤਾਂ ਤੁਹਾਡੇ ਸਰੀਰ ਵੱਲ ਦੇਖ ਕੇ ਹੱਸੇ, ਟੇਢਾ ਮੇਢਾ, ਤੁਸੀਂ ਕਿਉਂ ਹੱਸਦੇ ਹੋ, ਤੁਹਾਨੂੰ ਕੀ ਲੱਗਿਆ। ਤੇ ਅਸ਼ਟਾਵਕਰ ਜੀ ਮਹਾਰਾਜ ਕਹਿੰਦੇ ਵੀ ਰਾਜਨ, ਮੈਂ ਤੁਹਾਡੀ ਬੁੱਧੀ ਜਿਹੜੀ ਨਾ, ਬੁੱਧੀ ਜਿਹੜੀ ਤੁਹਾਡੀ ਸਿਆਣਪ, ਉਹਨੂੰ ਦੇਖ ਕੇ ਹੱਸਦਾ ਵੀ ਮੈਂ ਬਹੁਤ ਕੁਛ ਸੁਣਿਆ ਸੀ ਵੀ ਜਨਕ ਦੀ ਸਭਾ ਵਿੱਚ ਵੱਡੇ ਵੱਡੇ ਆਲਮ ਫਾਜ਼ਲ ਲੋਕ, ਯਾਗਯਵਲਕ ਵਰਗੇ ਰਹਿੰਦੇ ਨੇ ਰਿਸ਼ੀ, ਪਰ ਮੈਂ ਇੱਥੇ ਆ ਕੇ ਦੇਖਿਆ ਵੀ ਇਹ ਤੇ ਸਾਰੇ ਚਮਾਰ ਬੈਠੇ ਨੇ। ਇੱਥੇ ਚਮਾਰ ਮਤਲਬ ਜਿਨ੍ਹਾਂ ਦੀ ਚਰਮ ਦ੍ਰਿਸ਼ਟੀ ਹੈ, ਬਾਹਰ ਵਾਲੀ ਦ੍ਰਿਸ਼ਟੀ ਹੈ। ਤੁਸੀਂ ਮੇਰੇ ਚੰਮ ਨੂੰ ਦੇਖ ਕਰਕੇ ਹੱਸੇ ਹੋ, ਤੇ ਤੇਰੇ ਸਮੇਤ ਮੈਂ ਇਸ ਕਰਕੇ ਹੱਸਦਾ ਵੀ ਇਹ ਤਾਂ ਸਾਰੇ ਚਮਾਰ ਨੇ, ਯਾਨੀ ਚੰਮ ਨੂੰ ਦੇਖਣ ਵਾਲੇ, ਬਾਹਰ ਵਾਲੀ ਆਕਿਰਤੀ ਨੂੰ ਦੇਖਣ ਵਾਲੇ। ਹੁਣ ਜੋ ਕੁਛ ਚਰਮ ਦ੍ਰਿਸ਼ਟੀ ਵਾਲਾ ਆਦਮੀ ਹੈ ਨਾ, ਉਸ ਦੇ ਵਾਸਤੇ ਸੰਤ ਦੀ ਵਿਆਖਿਆ ਹੋਰ ਹੈ, ਤੇ ਜਿਹੜਾ ਆਤਮਿਕ ਚਿੰਤਨ ਵਾਲਾ ਗੁਰਸਿੱਖ ਹੈ ਉਸ ਦੇ ਵਾਸਤੇ ਸੰਤ ਦੀ ਵਿਆਖਿਆ ਹੋਰ ਹੈ। ਆਪਾਂ ਇਹ ਦੇਖਣਾ ਵੀ ਸਾਡੀ ਦ੍ਰਿਸ਼ਟੀ ਕਿਹੋ ਜਿਹੀ ਹੈ। ਆਪਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਅੱਜ ਬੈਠੇ ਹਾਂ, ਜਿਨ੍ਹਾਂ ਦੀ, ਉਹਨਾਂ ਦੇ ਉੱਤੇ ਆਪਣੀ, ਹਾਲਾਂਕਿ ਇਸ ਵੇਲੇ ਉਹ ਸਰੀਰ ਕਰਕੇ ਹਾਜ਼ਰ ਨਹੀਂ ਹਨ, ਜੇ ਕਿਤੇ ਸਰੀਰ ਦਾ ਹੀ ਨਾਮ ਸੰਤ ਹੁੰਦਾ ਤੇ ਸਰੀਰ ਦੇ ਨਾਲ ਹੀ ਸਾਰਾ ਕੁਝ ਸਮਾਪਤ ਹੋਣਾ ਚਾਹੀਦਾ ਸੀ। ਸਰੀਰ ਦਾ ਨਾਮ ਸੰਤ ਹੁੰਦਾ ਤਾਂ ਫਿਰ ਆਪਾਂ ਅੱਜ ਇੰਨੇ ਸਾਲ ਉਹਨਾਂ ਮਹਾਂਪੁਰਸ਼ਾਂ ਨੂੰ ਲੀਲਾ ਸਮਾਪਤ ਕੀਤੀ ਹੋ ਗਏ, ਫਿਰ ਵੀ ਆਪਣੀ ਉਹਦੇ ਨਾਲੋਂ ਸ਼ਰਧਾ ਘੱਟ ਨਹੀਂ ਹੈ, ਵਧੀ ਹੈ। ਕਿਉਂਕਿ ਸਰੀਰ ਦਾ ਨਾਮ ਸੰਤ ਨਹੀਂ ਹੈ। ਹਾਂ, ਸਰੀਰ ਮਾਧਿਅਮ ਹੈ ਉਸ ਅਵਸਥਾ ਨੂੰ ਪ੍ਰਾਪਤ ਹੋਣ ਦਾ, ਜਿਵੇਂ ਕਿ ਆਪਾਂ ਇੱਕ ਅੰਬ ਦਾ ਬ੍ਰਿਕਸ਼ ਹੁੰਦਾ ਨਾ, ਅੰਬ ਦਾ ਰੁੱਖ, ਤੇ ਆਪਾਂ ਅੰਬ ਦੇ ਰੁੱਖ ਨੂੰ ਕੀ ਕਹਿੰਦੇ ਆ, ਅੰਬ, ਤੇ ਜਿਹੜਾ ਉਹਨੂੰ ਫਲ ਲੱਗਦਾ ਉਹਨੂੰ ਕੀ ਕਹਿੰਦੇ ਆ, ਅੰਬ। ਉਹਨੂੰ ਕੁਝ ਹੋਰ ਨਹੀਂ ਕਹਿੰਦੇ, ਜਿਹੜਾ ਫਲ ਲੱਗਦਾ ਉਹਨੂੰ ਵੀ ਅੰਬ ਕਹਿੰਦੇ ਆ, ਤੇ ਜੇ ਰੁੱਖ ਦੂਰੋਂ ਦਿਖਾਉਣਾ ਹੋਵੇ ਤੇ ਆਪਾਂ ਕਹਿੰਦੇ ਆ ਉਹ ਸਾਹਮਣੇ ਅੰਬ ਲੱਗਾ ਹੋਇਆ ਹੈ। ਉਹ ਅੰਬ ਦਾ ਫਲ ਦਿੰਦਾ ਆ, ਇਸ ਕਰਕੇ ਉਹਦਾ ਵੀ ਨਾਂ ਅੰਬ ਹੈ। ਇਹ ਸਰੀਰ ਜਿਹੜਾ ਨਾ, ਇਹ ਸੰਤ ਪਦਵੀ ਨੂੰ ਪ੍ਰਾਪਤ ਹੋਣ ਦਾ ਮਾਧਿਅਮ ਹੈ, ਇਸ ਕਰਕੇ ਇਹਦਾ ਨਾਮ ਹੀ ਸੰਤ ਹੈ, ਕਿਉਂਕਿ ਉਸ ਅਵਸਥਾ ਤੇ ਪਹੁੰਚਣ ਦਾ ਕਾਰਨ ਹੈ ਇਹ ਸਰੀਰ, ਇਸ ਕਰਕੇ ਇਸ ਦਾ ਨਾਮ ਹੀ ਸੰਤ ਹੈ। ਤੇ ਹੁਣ ਜਿਹੜਾ ਇਹ ਗੱਲ ਕਹਿੰਦਾ ਆ ਵੀ ਸੰਤ ਹੈ ਹੀ ਨਹੀਂ ਸੰਸਾਰ ਵਿੱਚ, ਸਰੀਰ ਕੋਈ ਸੰਤ ਨਹੀਂ ਹੋ ਸਕਦਾ, ਇਹ ਉਸ ਦੀ ਸਮਝ ਦੀ ਗੱਲ ਹੈ ਕਿ ਉਹ ਕਿਸ ਚੀਜ਼ ਨੂੰ ਲੈ ਕਰਕੇ ਖੰਡਨ ਕਰਦਾ ਹੈ। ਉਸਨੇ ਦੋਨਾਂ ਨੂੰ ਅਲੱਗ-ਅਲੱਗ ਸਮਝਿਆ ਹੀ ਨਹੀਂ। ਉਹਦੀ ਉਹ ਅਸ਼ਟਾਵਕਰ ਵਾਲੀ ਜਨਕ ਦੀ ਸਭਾ ਵਾਲੀ ਗੱਲ ਹੈ। ਜੇ ਉਹ ਕਹਿ ਦੇ ਤਾਂ ਆਪਾਂ ਕਿਸੇ ਦੀ ਕੋਈ ਨਿੰਦਾ ਨਹੀਂ ਕਰਦੇ, ਇੱਕ ਵਿਚਾਰ ਕਰ ਰਹੇ ਹਾਂ ਵੀ ਆਪਣੇ ਚੋਂ ਹੀ ਕਿਸੇ ਦੇ ਅੰਦਰ ਸ਼ੰਕਾ ਪੈ ਜਾਏ ਵੀ ਕਿਸੇ ਗੁਰਸਿੱਖ ਨੇ ਕਿਹਾ ਵੀ ਕੋਈ ਸਰੀਰ ਸੰਤ ਨਹੀਂ ਹੋ ਸਕਦਾ, ਤੇ ਫਿਰ ਇਹਨਾਂ ਕੋਲ ਜਾ ਰਹੇ ਹਾਂ ਤੇ ਇਹਨਾਂ ਨੂੰ ਸੰਤ ਕਿਉਂ ਕਹਿੰਦੇ ਨੇ, ਸੰਤ ਨਹੀਂ ਹੋ ਸਕਦੇ। ਬਹੁਤ ਲੋਕ ਟੁੱਟ ਵੀ ਗਏ ਇਸ ਕਾਰਨ, ਜਿਨ੍ਹਾਂ ਨੂੰ ਉਸ ਗੱਲ ਤੇ ਸ਼ੰਕਾ ਹੋ ਗਈ। ਪਰ ਉਹਨਾਂ ਨੂੰ ਪ੍ਰਸ਼ਨ ਇਹ ਕਰਨਾ ਚਾਹੀਦਾ ਸੀ ਵੀ ਬਾਬਾ ਜੀ ਸੰਤ ਕਿਹਨੂੰ ਕਹਿੰਦੇ ਨੇ, ਫਿਰ ਜਦੀ ਸਰੀਰ ਸੰਤ ਨਹੀਂ ਹੈ ਤੇ ਫਿਰ ਸੰਤ ਕਿਹਨੂੰ ਕਹਿੰਦੇ ਨੇ। ਉਹ ਕਹਿੰਦੇ ਨੇ ਸੰਤ ਸ਼ਬਦ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਹੈ, ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਸੰਤ ਸ਼ਬਦ ਹੈ। ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੋਂ ਫਿਰ ਪੁੱਛੋ ਵੀ ਮਹਾਰਾਜ ਜੀ ਤੁਹਾਨੂੰ ਸੰਤ ਕਹਿੰਦੇ ਨੇ,
संत तुसीं हो। ये तो है नहीं कि गुरु ग्रंथ साहब सच्चे पातशाह बोलते नहीं है, वो तो बोल के दसदे ही है। पर जिथे नाम लैके आवाज़ दी उन्होंने आप मुकर नहीं सकते। ये गुरु जी महाराज का फैसला है कि ये सारे शास्त्र धर्म ग्रंथ की कहते हैं, नाम बिना सब कूड़ गाली होछिया। ये गुरु अर्जन देव जी का फैसला है कि कोई भी आप धर्म शास्त्र उठा लो, कोई भी धर्म ग्रंथ उठा लो, उसके सिद्धांत में फर्क नहीं है। इसे करके महाराज जी कहते ने कि साध की महिमा वेद न जाने। कल्ले वेद की गल नहीं है कि वेद ही नहीं जानता, कोई भी नहीं जानता, कोई भी नहीं कह सकता। वेद का नाम लेंदे ने महाराज, तो फिर वेद यदि नहीं जानते, इसका मतलब वेद में साधुओं की महिमा है नहीं है। यही कहांगे कि वेद ने किते लिखिया नहीं है, तो वेद किते उठा के देखो आप साधु की महिमा बेअंत भरी पई है। साधुओं की महिमा सिमरतियां च भरी पई है, पुराणा च भरी पई है। जेता सुने तेता बखियाने, ये गुरु महाराज कहते भी वेद भगवान कहते तो जरूर ने, पर जेता सुने तेता बखियाने। ਜਿਹੋ जी कोई चीज़ पहला होंदी है ना साध संगत जी, ਉਹਨੂੰ ਹੀ ਕਿਹਾ ਜਾਂਦਾ। ਜਿਹੜੀ चीज़ ਹੋਵੇ ਨਾ ਉਹਨੂੰ ਕਿਹਾ नहीं ਜਾਂਦਾ। ਆਪਾਂ ਜਿਹੜੀ चीज़ ਨੂੰ ਜਾਣਦੇ ਆ ਨਾ, कोई भी चीज़ ਆਪਾਂ ਦੇਖੀ ਹੈ ਜਾਂ ਸੁਣੀ ਆ, ਉਹਦੇ ਬਾਰੇ ਹੀ ਕਵਾਂਗੇ, ਦੂਜੀ ਬਾਰੇ ਆਪਾਂ ਕਹਿ ਦਿੰਦੇ ਮੈਨੂੰ ਪਤਾ ਨਹੀਂ ਹੈ। ਤੇ ਜਦੀ ਗੁਰੂ ਮਹਾਰਾਜ ਕਹਿੰਦੇ ਨੇ ਵੀ ਵੇਦ ਵਿੱਚ ਗੁਰੂ ਮਹਾਰਾਜ ਦੀ ਮਹਿਮਾ ਵੇਦ ਨਹੀਂ ਕਹਿੰਦੇ, ਇਹਦਾ ਮਤਲਬ ਜਾਣਦੇ ਨਹੀਂ ਉਹ ਸੰਤਾਂ ਨੂੰ, ਪਤਾ ਨਹੀਂ ਉਹਨਾਂ ਨੂੰ ਸੰਤਾਂ ਬਾਰੇ। नहीं, ऐसा नहीं है। जेता सुने तेता बखियाने, ਜਿਹੋ ਜਿਹਾ देखते ने ना ਉਹ ਜਿਹਾ ਕਹਿੰਦੇ ਨੇ, ਜਿਹੋ ਜਿਹਾ ਪਹਿਲਾਂ है ਉਹ ਜਿਹਾ ਕਹਿੰਦੇ ਨੇ। ਉਹ ਕਹਿੰਦੇ ਵੀ ਵੇਦ ਵਿੱਚ ਕਹਿੰਦਾ ਕਿਹਨੂੰ ਆ, ਵੇਦ ਫਿਰ ਕਿਹਨੂੰ ਕਹਿੰਦਾ ਹੈ, ਵੇਦ ਕਿਹੜੀ ਗੱਲ ਕਹਿੰਦਾ, ਕਿਹੋ ਜੀ ਗੱਲ, ਕਿਹੋ ਜੀ ਨਿਸ਼ਾਨੀ ਦੱਸਦਾ ਸਾਧੂਆਂ ਦੀ। ਕਹਿੰਦੇ ਨੇ ਵੇਦ ਨੇ ਕਹਿਣੀ ਹੈ ਤਿੰਨਾਂ ਲੋਕਾਂ ਦੀ ਗੱਲ, ਐਸ ਲੋਕ ਦੀ ਗੱਲ, ਮਾਤ ਲੋਕ ਦੀ, ਮ੍ਰਿਤੂ ਲੋਕ ਦੀ, ਜਿਹਨੂੰ ਆਪਾਂ ਕਹਿ ਦਿੰਦੇ ਤਿੰਨਾਂ ਲੋਕਾਂ ਦੀ ਗੱਲ। पर साधु की उपमा जी है तिना लोगों में है नहीं है। साधु तिना लोगों में आता ही नहीं है, तिना गुणों का ना ही नहीं साधु। लेकिन आ जिहड़ा शरीर है ये तीन गुण है कि नहीं, राज तम सत गुण ये है ना, ये राज गुण तम गुण सत गुण कही है, यह तेरी सब माया। ये तीन गुण जिहड़े ने माया रूप ने, तो यह शरीर जिहड़ा ये किहड़ा माया का ही रूप है ना। ਤੇ ਉਹ ਜਿਹੜੇ ਵੇਦ ਭਗਵਾਨ ਹੈ ਉਹ ਕੀ ਕਹਿੰਦੇ ਆ, ਸਾਧ ਕੀ ਉਪਮਾ ਤੇ ਹੋ ਗੁਣ ਤੇ ਦੂਰ। ਕਿਉਂ ਨਹੀਂ ਕਹਿ ਸਕਦਾ ਵੇਦ, ਵੇਦ ਤੇ ਕਹਿ ਰਿਹਾ ਵਾ, ਪਰ ਜਿਵੇਂ ਆਮ ਲੋਕਾਂ ਦੀ ਗੱਲ ਜਿਹੜੀ ਨਿਸ਼ਾਨੀ ਕਹਿ ਸਕਦੇ ਨਾ ਉਹ ਕਹਿੰਦੇ ਨੇ ਉਹ। ਲੇਕਿਨ ਸਾਧ ਕੀ ਉਪਮਾ ਤੇ ਹੋ ਗੁਣ ਤੇ ਦੂਰ, ਜਿਹੜੀ ਮਹਾਤਮਾ ਦੀ, ਪ੍ਰਭੂ ਦੇ ਪਿਆਰਿਆਂ ਦੀ, ਬ੍ਰਹਮ ਗਿਆਨੀਆਂ ਦੀ ਜਿਹੜੀ ਉਪਮਾ ਆ ਨਾ, ਉਹ ਤਿੰਨਾਂ ਗੁਣਾਂ ਤੋਂ ਪਰੇ ਹੈ, ਉਹ नहीं कह सकता। साध की उपमा रही भरपूर, जी साधु की उपमा ना वो तिना गुणा तो परे है। तो फिर आत्मा का तो शरीर का कोई दूर का भी वास्ता नहीं है। शरीर प्राप्त होया तो शरीर विनाश हो जाएगा। आत्मा का सुभाव किहो जा न जाए ते म्रियते वा कदाचन नायम भूतवा भविता वा न भूया अजो नित्य शाश्वतो यम पुराणो न हन्यते हन्यमाने शरीरे। इत्थे फैसला हो गया। न हन्यते हन्यमाने शरीरे, शरीर दे मरण दे नाल, शरीर दे विनाश होने दे नाल न हन्यते, आत्मा नूं कोई फर्क नहीं पिया। आत्मा वैसी दी वैसी ही है, क्योंकि ये आप ही केवल सोचते ही नहीं, ये अपने अनुभव विच भी है। किवें अनुभव विच है भई आत्मा जो शरीर समाप्त हो गया अजे भी आत्मा है, यदि निशानी अपने कोल की है, किवें पता लगता है। जो आप जदों अपने कोई शरीर कोई विछड़ जाता है तो उस शरीर दे अपनी हथी सब कुछ क्रिया करन तो बाद भी आप उस शरीर के निमित्त अरदास बेनती करते हैं। शरीर के निमित्त किवें करांगे, शरीर तो आप अपनी हथी तोड़िया संस्कार किया, फिर भी कहने ना भी इनू आप यदि आत्मा नूं अपने चरणों में निवास बख्शो, आम अपने अनुभव च गल है। तो फिर आत्मा तो शरीर दो चीज़ां हो गई ना वक्रियां वक्रियां।
शरीर आपां अपनी हत्थीं तोरिया, संस्कार किया, फिर भी अरदास हुण आपां ये नहीं कहते भी ये शरीर नूं तंदुरुस्ती दिओ, पहलां कहने हाँ भी ये शरीर ठीक हो जाए। जदों शरीर चला गया उदों आपां की कीता, इन्हां दी आत्मा नूं अपने चरनां विच निवास बख्शो, ते आत्मा अलग शरीर अलग। ये अपने अनुभव विच प्रैक्टिकल च नहीं आ रहा, ये केवल आपां नूं कहण मात्र है। पर जिन्हों आपां संत कहने ना, साधु कहने जां महात्मा कहने, उन्हें ये गल प्रैक्टिकल च लैंदी है, उन्होंने पता लग गया। वो अपने हुंदियां जिवें हुणे हुणे आपां नूं भाई साहब जी दस रहे सन ना, किन्ने महापुरखां दी किन्ने योधियां दी उन्हां गल सुनाई है, ओहो ही सी ना। वो शरीर नहीं सन, उन्होंने शरीर ते आत्मा दा जिहड़ा अलग अलग भेद उसनूं समझ लिया। आपां शरीर नूं ही आत्मा समझते हैं, शरीर दा मरना ही अपने वास्ते मरना है, शरीर दा जन्म लेना ही अपने वास्ते जन्म है। पर आत्मा जिहड़ी ना जायते मरीयते वा कदाचिन, कदी भी आत्मा ना जन्म होया है, आत्मा दा ना मरण है। फिर आपां साधुआं नूं क्यों कहने आ, जदों कोई महात्मा शरीर छड्डदे ने, ते फिर आपां क्यों कहने जन्म मरण दोह हूँ मैं नाही। जन्म तो उन्होंने अपने हुंदियां होया आ, आपां देखिया महापुरख जदों सन उदों भी आपां दर्शन कीते ने, पर हुण नहीं है शरीर करके। फिर भी आपां दोवां चीज़ां नूं स्वीकार करते हैं। पर गुरु अर्जन देव जी कहते नहीं भाई, ये जिहड़े महात्मा जिन्हां नूं कहंदे हो ना, जन्म मरण दे विच नहीं आउंदे, ते फिर किहदा नां होया संत, किहदा नां होया शरीर का नां संत नहीं ना होया। जिवें मैं दृष्टांत दिता भी जिवें अंब नूं फल लगदा उहनूं भी अंब कहंदे ने, ते रुख नूं भी अंब कहंदे ने, उसे प्रकार ये आत्मिक चिंतन करके जिहड़े उस मंजिल नूं पहुँच गए, उन्हां दे शरीर नूं भी संत कहा जाता है। फिर वो कौन ने, उन्हां दी अवस्था किहो जी है? संत अनंत है, अंतर नाही। ये गुरबाणी का फैसला है, निश्चित फैसला। कहते हैं भी संत अनंत है, अंतर नाही। तो संत किहदा नाम होया? ठीक है, कह देंगे ने भी संत नाम है परमात्मा का। किसी ने इन्नी गल कह दी, पर वह समझाएगा किवें भाई, परमात्मा का नाम किवें है संत? हुण स्पष्ट रूप च महाराज जी कहते संत अनंत है, अंतर एक अनंत आ, एक संत आ, दो चीज़ां हो गईयां कि नहीं? हाँ, महाराज जी ये जरूर कह रहे भी इन्हां दा फर्क नहीं है, वास्तविक भेद नहीं है, लेकिन व्यवहारक भेद तो है। व्यवहार विच ते भेद है, वो साडे सामने सरगुण रूप विच हन। पर जदों वो इस पंज भौतिक शरीर नूं अलग करके उहदे नाल अभेद हो जांदे ना, पवने मह पवन समाया, जां सूरज किरण मिले जल का जल हुआ राम। फिर पता लगता है भी ये संत कौन सी। बहुत कुछ विचारन योग है, गहरी जदों आपां विचार करते हैं। पर जदि आपां गहर गंभीर विच चले जाते हैं ना, तो कई बार आपां नूं सिद्धांत भुल जाता। आपां इन्हां शब्दां वल ख्याल करिया करिए भी संत नाम है परमात्मा का। जिन्हां लोग कहते हैं वो किवें संत ने भाई? संत अनंत है, अंतर नाही। हाँ, जां जिसने समझ लिया अनंतर नूं, अंत नूं समझ लिया, जिहड़ा अनंत परमात्मा ब्रह्म है, उसनूं जिहड़ा जान गया, वो कौन है? गुर परमेश्वर एको जान। हुण इत्थे एक गुरु शब्द आ गया, एक संत शब्द आ गया, विच गुरु शब्द आ गया, एक परमात्मा आ गया। हुण गुरु पद वखरा हो गया, संत पद वखरा हो गया। ते महाराज जी कहते ने कि गुर परमेश्वर एको जान, तू गुरु ते परमेश्वर नूं एक समझ। ते कहण दा मतलब की है? व्यवहारक शब्दां दा भेद है, वास्तविक अभेद है। हुण संत अनंत है, अंतर नाही। किवें नहीं भाई अनंतर? एक वेद भगवान ने, एक वेद दे विच एक सुरती आई है, उहदे विच वेद भगवान महाराज कहते ने सर्वम खल विदम ब्रह्म। वो कहते ने ये सारा कुछ जो आपां नूं दिखाई दे रहा ने सारा ब्रह्म है। ब्रह्म दिसै ब्रह्म सुनिए, ध्यान दे के सुनियो।
ਆਪਾਂ ਨੂੰ ਜਿਵੇਂ ਮੈਂ ਸ਼ਬਦ ਬੋਲਿਆ, ਵੇਦ ਭਗਵਾਨ ਕਹਿੰਦੇ ਨੇ ਸਰਵਮ ਖਲ ਵਿਦਮ ਬ੍ਰਹਮ, ਇਹ ਜੋ ਕੁਝ ਵੀ ਦਿਖਾਈ ਦੇ ਰਿਹਾ ਇਹ ਸਾਰਾ ਬ੍ਰਹਮ ਹੈ। ਗੁਰੂ ਮਹਾਰਾਜ ਜੀ ਵੀ ਕਹਿੰਦੇ ਨੇ ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਬਖਾਣੀਐ। ਪਰ ਇਹ ਬ੍ਰਹਮ ਆਪਾਂ ਨੂੰ ਦਿਸਦਾ ਹੈ? ਜਦੀ ਇਹ ਬ੍ਰਹਮ ਹੈ ਸਾਰਾ ਕੁਝ ਤੇ ਨਾਸ ਕਿਉਂ ਹੁੰਦਾ ਹੈ? ਜਦੀ ਇਹ ਸਾਰਾ ਕੁਝ ਬ੍ਰਹਮ ਹੈ ਤੇ ਬ੍ਰਹਮ ਦਾ ਮਤਲਬ ਪਰਮਾਤਮਾ, ਵਾਹਿਗੁਰੂ ਕਹੋ, ਅੱਲਾ ਕਹੋ, ਪਰਮਾਤਮਾ ਕਹੋ, ਰੱਬ ਕਹੋ। ਜਦੀ ਇਹ ਸਾਰਾ ਕੁਝ ਬ੍ਰਹਮ ਹੈ ਜਾਂ ਰੱਬ ਹੈ, ਨਾਸ਼ ਕਿਉਂ ਹੋ ਰਿਹਾ? ਫਿਰ ਆਪਾਂ ਇਹਨੂੰ ਬ੍ਰਹਮ ਕਿਵੇਂ ਦੇਖਾਂਗੇ? ਇਹਦੇ 'ਚ ਬ੍ਰਹਮ ਦ੍ਰਿਸ਼ਟੀ ਕਿਵੇਂ ਕਰ ਸਕਦੇ ਹਾਂ? ਜੇ ਬਾਹਰ ਵਾਲੀ ਦ੍ਰਿਸ਼ਟੀ ਨਾਲ ਦੇਖੀਏ ਤਾਂ ਬ੍ਰਹਮ ਨਹੀਂ ਹੈ। ਬ੍ਰਹਮ ਇਹਦੇ ਵਿੱਚ ਕਦੀ ਵੀ ਨਹੀਂ ਆਪਾਂ ਨੂੰ ਦਿਖਾਈ ਦੇਣਾ। ਸਰੀਰ ਅਲੱਗ-ਅਲੱਗ ਆਪਾਂ ਨੂੰ ਦਿਖਾਈ ਦੇ ਰਿਹਾ। ਦੇਖੋ, ਜਾਤੀ ਭੇਦ, ਧਰਮ ਭੇਦ, ਲੜਾਈ ਕਿਉਂ ਹੋ ਰਹੀ ਹੈ? ਅਲੱਗ ਭਿੰਨਤਾ ਦੇ ਕਰਕੇ ਲੜਾਈ ਹੋ ਰਹੀ ਹੈ। ਤੇ ਜਦੋਂ ਕਿਸੇ ਨੂੰ ਇਹ ਪਤਾ ਲੱਗ ਗਿਆ ਵੀ ਇਹ ਬ੍ਰਹਮ ਹੈ, ਉੱਥੇ ਇੱਕ ਸ਼ੰਕਰਾਚਾਰੀ ਭਗਵਾਨ, ਜਿਵੇਂ ਮੈਂ ਪਹਿਲਾਂ ਕਿਹਾ, ਸ਼ੰਕਰਾਚਾਰੀ ਜੀ ਮਹਾਰਾਜ ਨੇ ਉਸ ਪੰਕਤੀ ਦੇ ਉੱਤੇ ਭਾष्य ਕੀਤਾ, ਵਿਆਖਿਆ ਕੀਤੀ। ਕਿਹੜੀ? ਤੇ ਸਰਵਮ ਖਲ ਵਿਦਮ ਬ੍ਰਹਮ, ਭਈ ਇਹ ਬ੍ਰਹਮ ਤੇ ਹੈ ਸੰਸਾਰ, ਪਰ ਇਸ ਤਰ੍ਹਾਂ ਨਹੀਂ ਜਿਵੇਂ ਸਾਹਮਣੇ ਦਿਖਦਾ, ਐਵੇਂ ਬ੍ਰਹਮ ਨਹੀਂ ਹੈ। ਬ੍ਰਹਮ ਤੇ ਹੈ ਪਰ ਨਾਮ ਤੇ ਰੂਪ ਨੂੰ ਛੱਡ ਕੇ ਬ੍ਰਹਮ ਹੈ, ਉਸ ਤਰ੍ਹਾਂ ਨਹੀਂ। ਇੱਕ ਆਪਣਾ ਨਾਮ ਹੈ, ਇੱਕ ਆਪਣਾ ਆਕਾਰ, ਬਾਡੀ। ਰੂਪ ਦਾ ਮਤਲਬ ਆਕਾਰ, ਬਾਡੀ ਆਪਣੀ ਪ੍ਰਕਿਰਤੀ। ਉਹ ਕਹਿੰਦੇ ਬਾਡੀ ਤੇ ਨਾਮ, ਇਹਨਾਂ ਦੋਵਾਂ ਚੀਜ਼ਾਂ ਨੂੰ ਛੱਡ ਕੇ ਬ੍ਰਹਮ ਹੈ। ਉਹ ਕੌਣ ਹੈ? ਸਤ ਚਿੱਤ ਆਨੰਦ। ਪੰਜ ਅੰਸ਼ ਕਹਿੰਦੇ ਨੇ, ਪੰਜ ਅੰਸ਼, ਸਤ ਚਿੱਤ ਆਨੰਦ ਨਾਮ ਤੇ ਰੂਪ, ਪੰਜ ਹੋ ਗਏ। ਦੋ ਅੰਸ਼ ਨੇ ਮਾਇਆ ਦੇ, ਨਾਮ ਤੇ ਰੂਪ, ਨਾਮ ਔਰ ਆਕਿਰਤੀ, ਬਾਡੀ। ਇਹ ਦੋ ਮਾਇਆ ਦੇ ਅੰਸ਼ ਆ, ਇਹ ਬ੍ਰਹਮ ਨਹੀਂ ਹੋ ਸਕਦੇ, ਕਦੀ ਵੀ ਨਹੀਂ ਹੋ ਸਕਦੇ। ਨਾਮ ਆਪਣਾ ਇੱਥੇ ਹੋਰ ਹੈ ਤੇ ਉੱਥੇ ਜਾਈਏ ਤੇ ਹੋਰ ਹੈ। ਇੱਕ ਬੰਦਾ ਕਿਸੇ ਦੇ ਵਾਸਤੇ ਪਤੀ ਹੈ, ਦੂਸਰੇ ਵਾਸਤੇ ਪਿਤਾ ਹੈ, ਦੂਸਰੇ ਵਾਸਤੇ ਚਾਚਾ, ਤੀਜੇ ਵਾਸਤੇ ਭਤੀਜਾ ਹੈ। ਨਾਮ ਬਦਲ ਰਿਹਾ ਕਿ ਨਹੀਂ ਬਦਲ ਰਿਹਾ? ਬੰਦਾ ਇੱਕ ਹੈ, ਨਾਮ ਕਿੰਨੇ ਨੇ? ਜਿੰਨੇ ਮਰਜ਼ੀ ਉਹਦੇ ਨਾਮ ਰੱਖ ਦਿਓ, ਨਾਮ ਬਦਲ ਜਾ ਰਿਹਾ ਉਹਦਾ। ਉਹ ਸਰੀਰ ਵੀ ਬਦਲਦਾ ਜਾ ਰਿਹਾ, ਅੱਜ ਬੱਚਾ, ਕੱਲ੍ਹ ਨੂੰ ਜਵਾਨ ਹੈ, ਪਰਸੋਂ ਨੂੰ। ਇਹ ਜਿਹੜਾ ਘਟਦਾ ਜਾ ਰਿਹਾ ਨਾ ਨਾਮ ਤੇ ਰੂਪ, ਇਹ ਬ੍ਰਹਮ ਨਹੀਂ ਹੈ। ਇਹ ਤੋਂ ਬਗੈਰ ਜੋ ਬਚਦਾ ਹੈ ਸਤ ਚਿੱਤ ਆਨੰਦ, ਉਹ ਹੈ, ਉਹ ਬ੍ਰਹਮ ਹੈ। ਤੇ ਜਿਹੜੇ ਪ੍ਰਭੂ ਦੇ ਪਿਆਰੇ ਨਾ, ਉਹ ਨਾਮ ਤੇ ਰੂਪ ਨਹੀਂ ਆ। ਨਾਮ ਤੇ ਰੂਪ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ ਹੈ। ਉਹ ਸਤ ਚਿੱਤ ਆਨੰਦ, ਜਿਹਨੂੰ ਆਪਾਂ ਕਹਿੰਦੇ ਆ ਸੱਚ ਚਿੱਤ ਤੇ ਆਨੰਦ, ਉਹ ਉਸ ਸਥਿਤੀ ਨੂੰ ਪਹੁੰਚ ਜਾਂਦੇ ਨੇ। ਸੰਤ ਅਨੰਤ ਹੈ ਅੰਤਰ ਨਾਹੀ। ਤਾਂ ਕਰਕੇ ਗੁਰੂ ਮਹਾਰਾਜ ਕਹਿੰਦੇ ਵੀ ਸੰਤਾਂ ਦਾ ਤੇ ਅਨੰਤ ਦਾ ਸਤ ਚਿੱਤ ਆਨੰਦ ਹੀ ਬ੍ਰਹਮ ਹੈ, ਉਹੀ ਪ੍ਰਮਾਤਮਾ ਹੈ। ਤੇ ਜਿਹੜੇ ਉਹਦੇ ਵਿੱਚ ਟਿਕ ਗਏ, ਉਹ ਸਤ ਚਿੱਤ ਆਨੰਦ ਦਾ ਰੂਪ ਹੋ ਜਾਂਦੇ। ਉਹ ਫਿਰ ਬ੍ਰਹਮ ਦੀਸੈ ਬ੍ਰਹਮ ਸੁਣੀਐ, ਉਹਨਾਂ ਨੂੰ ਬ੍ਰਹਮ ਦਿਸਦਾ ਆ। ਉਹਨਾਂ ਨੂੰ ਆ ਆਕਾਰ ਨਹੀਂ ਦਿਸਦੇ। ਇਹ ਨਹੀਂ ਕਹਿਣਾ ਆ ਅੱਖਾਂ ਤੇ ਕੇਵਲ ਆਕਾਰ ਹੀ ਦੇਖ ਸਕਦੀਆਂ, ਇਹ ਵੀ ਖਿਆਲ ਕਰਿਓ। ਇੰਨਾ ਅੱਖਾਂ ਨਾਲ ਬ੍ਰਹਮ ਨਹੀਂ ਜੇ ਦਿਸਦਾ, ਇੰਨਾ ਕੰਨਾਂ ਨਾਲ ਬ੍ਰਹਮ ਸੁਣੀਦਾ ਨਹੀਂ ਜੇ, ਪੱਕੀ ਗੱਲ ਹੈ। ਜੇ ਉਹਨਾਂ ਨੂੰ ਕਹੋ ਵੀ ਇਹਨਾਂ ਅੱਖਾਂ ਨਾਲ ਉਹਨਾਂ ਨੂੰ ਬ੍ਰਹਮ ਦਿਖਦਾ, ਉਹ ਫਿਰ ਬ੍ਰਹਮ ਕਿਹੜਾ ਹੈ ਜਿਹਨੂੰ ਅੱਖਾਂ ਦੇਖ ਨਾਲ ਉਹ ਬ੍ਰਹਮ ਨਹੀਂ ਹੋ ਸਕਦਾ। ਇੰਨਾ ਅੱਖਾਂ ਦਾ ਵਿਸ਼ੇ ਜੋ ਵੀ ਬਣ ਜਾਏ ਉਹ ਰੱਬ ਨਹੀਂ ਹੋ ਸਕਦਾ, ਪਰਮਾਤਮਾ ਨਹੀਂ ਹੋ ਸਕਦਾ। ਉਹ ਅੱਖਾਂ ਹੀ ਅਲੱਗ ਨੇ। ਨਾਨਕ ਸੇ ਅੱਖੜੀਆਂ ਬਿਆਨ, ਇਹ ਅੱਖਾਂ ਨਹੀਂ ਗੀਆਂ, ਉਹ ਅੱਖਾਂ ਅਲੱਗ ਨੇ ਜਿਨ੍ਹਾਂ ਨਾਲ ਬ੍ਰਹਮ ਦਿਸਦਾ। ਤੇ ਫਿਰ ਉਹ ਕਿਹੜੀਆਂ ਅੱਖਾਂ ਨੇ ਉਹਨਾਂ ਕੋਲ ਜਿਨ੍ਹਾਂ ਨਾਲ ਉਹ ਬ੍ਰਹਮ ਦਿਸਦੇ ਆ? ਕਿਹੜੇ ਕੰਨ ਆ ਜਿਨ੍ਹਾਂ ਨਾਲ ਬ੍ਰਹਮ ਸੁਣਦੇ ਆ? ਏਕ ਏਕ ਬਖਾਣੀਏ, ਜਿਹਦੇ ਨਾਲ ਫਿਰ ਇੱਕੇ ਦੇ ਦਰਸ਼ਨ ਕਰਦੇ ਆ। ਉਹ ਹੁਣ ਭਿੰਨ ਭਿੰਨ ਸਾਰਾ ਸੰਸਾਰ ਦਿਸ ਰਿਹਾ, ਇੱਕ ਕਿਵੇਂ ਹੋ ਗਿਆ? ਜਦੋਂ ਫਿਰ ਉਹਨਾਂ ਨੂੰ ਉਹ ਅੱਖਾਂ ਪ੍ਰਾਪਤ ਹੋ ਜਾਂਦੀਆਂ ਨਾ, ਜਦੋਂ ਉਸ ਸੰਤ ਪਦ ਨੂੰ ਪ੍ਰਾਪਤ ਹੋ ਜਾਂਦੇ ਆ, ਉਸ ਬ੍ਰਹਮ ਪਦ ਨੂੰ ਪ੍ਰਾਪਤ ਹੋ ਜਾਂਦੇ ਆ, ਫਿਰ ਇਸ ਸੰਸਾਰ ਦੇ ਅੰਦਰ ਬ੍ਰਹਮ ਦਾ ਦਰਸ਼ਨ, ਮਤਲਬ ਨਹੀਂ ਕਿ ਅਲੱਗ-ਅਲੱਗ ਭਿੰਨ ਭਿੰਨ ਕੁਛ ਨਹੀਂ ਦਿਸਦਾ। ਜਦੋਂ ਉਸ ਅਵਸਥਾ ਤੇ ਪਹੁੰਚ ਜਾਂਦੇ ਆ, ਬ੍ਰਹਮਿਦ ਬ੍ਰਹਮੈਵ ਭਵਤੀ, ਬ੍ਰਹਮ ਹੀ ਹੋ ਜਾਂਦੇ ਆ, ਬ੍ਰਹਮ ਹੀ ਹੋ ਜਾਂਦੇ ਨੇ। ਉਹ ਪਰਮਾਤਮਾ ਦਾ ਰੂਪ ਹੀ ਹੋ ਜਾਂਦੇ। ਆਤਮਨੀ ਏਵ ਆਤਮਾ ਤੁਸ਼ਟਾ ਤਸਯ ਪ੍ਰਗਿਆ ਪ੍ਰਤਿਸ਼ਠਤਾ, ਇੱਥੇ ਅਵਸਥਾ ਪਹੁੰਚ ਜਾਂਦੀ। ਆਤਮਨੀ ਏਵ ਆਤਮਨਾ ਤੁਸ਼ਟਾ ਤਸਯ ਪ੍ਰਗਿਆ ਪ੍ਰਤਿਸ਼ਠਿਤਾ ਪ੍ਰਜਹਾਤੀ ਯਦਾ ਕਾਮਾਨ ਸਰਵਾਨ। ਇੱਥੇ ਜਦੋਂ ਪਹੁੰਚ ਜਾਂਦੇ ਨਾ, ਸਾਰੀਆਂ ਇੱਛਾਵਾਂ ਦਾ ਤਿਆਗ ਕਰਕੇ, ਇਸ ਸਰੀਰ ਨਾਲੋਂ ਅਟੈਚਮੈਂਟ ਖਤਮ ਕਰਕੇ,
फिर उन्होंने सब गोबिंद है दा दर्शन हुंदा आ। पर इन्हां अखां नाल, इन्हां कन्नां नाल, इस जीवा नाल, इन्हां इंद्रियां नाल उस ब्रह्म के दर्शन नहीं हो सकते। ये व्यवहारक अखां केवल नाम ते रूप नूं देख सकदियां। आवाज़ मारो तो तुहानूं नाम सुनेगा, कन्नां दे नाल नाम सुन सकदा आ, अखां दे नाल रूप देख सकते हैं। तो ब्रह्म ते नाम रूप तो वखरा है ना, वो नाम है क्यों वखरा आ? ये कित्थे लिखी है गल भी नाम रूप नहीं उहदा हैगा? कित्थे लिखी है गल? गुरबाणी कहंदी है गल, कहंदे ने चक्कर चिहन अर बरन जात अर पात नहन जे। कुछ भी नहीं जे, उहदा नाम नहीं है, उहदा रूप नहीं है, रंग नहीं है, कोई निशानी नहीं है, तो काहदे नाल देखोगे? जदों संत जिहड़ा आ वो अनंत हो गया, ब्रह्म हो गया, तो उन्होंने इन्हां अखां नाल किवें देखांगे आपां? किहड़ा अपने को ऐसा जिहड़ा मीटर है भी आपां कह दईए भी संत नहीं हुंदे संसार च? जदों आपां नूं वो परमात्मा नहीं दिसिया इन्हां अखां नाल, कन्नां नाल, जीवा नाल, तो कहंदे ने महाराज भी वो तो परमात्मा दे नाल अभेद हो गए, एक हो गए ने, उन्हां नूं आपां इन्हां अखां दा विषय नहीं बना सकते। इस जीवा नाल उन्हां दी महिमा आपां नहीं कह सकते। वेद भगवान भी इहो ही गल है भी वो तिन्नां लोकां दी गल करदे ने, पर साध की उपमा तेहो गुण ते दूर। तिन्नां लोकां विच उन्हां दा दर्शन नहीं हो सकता। ये तिन्नां लोकां दी कायनात विच दर्शन नहीं हो सकता, क्योंकि वो परमात्मा सारिਆਂ विच समाया होया जदों जर्रे जर्रे विच उहदा रूप हो गए, उस दे नाल अभेद हो गए। ऐसे हुंदे ने महात्मा। बाकी विचार आपां कल समा मिलिया तो करांगे, क्योंकि समा हो गया। साढ़े सत्कारयोग महाराज ज्ञानी जी जथेदार जी बैठे ने, उन्होंने भी आप जी नाल वचन करने आ। तो आपां यतन करिए इस विषय वाल ध्यान दे के विचारीए कि साधु महात्मा दा शरीर नाल की मतलब है। शरीर माध्यम है उस मंजिल ते पहुंचण दा, इस करके शरीर विच रहिंदे होए जद है तो शरीर भी संत है। पर जे कोई खंडन करे तो खंडन करने वाले नूं ये पता होना चाहिए भी खंडन तू किस चीज़ का करदा भाई। पंज तत्त दे शरीर का खंडन करदा आ जां आत्मा का करदा आ। जदों कोई दृष्टि किसी की ऐसी प्राप्त हो जाए उहदे वास्ते तो खंडन बनदा करना, उहनूं फिर करन दी लोड़ भी नहीं पैंदी। जे कहीए ना कि संत जिहड़े आ वो शरीर का नाम नहीं है भाई, वो तो तुसीं हुण कहण लगे हो, तो साधु जदों बैठते ने अपने आसन ते वो की अभ्यास करते भला? आपां दे गुरमंत्र का मूल मंत्र का अभ्यास करते हैं ना। साधु जदों बैठते हैं ना वो की चिंतन करते, वो कहते मेरा शरीर नाल कोई मतलब नहीं, मैं शरीर नहीं हाँ। तुहाडे खंडन करने की लोड़ नहीं, वो तो खंडन ही रोज़ इहो ही करते हैं भी मैं शरीर नहीं, मेरा शरीर नाल कोई मतलब नहीं। वो तो खुद ही कहते हैं भी मैं शरीर नहीं है। आपां नूं खंडन करन दी लोड़ पैनी नहीं है। साधु महात्मा शरीर तो परे हुंदे ने, वो अनंत दा रूप हो जाते, ब्रह्म दा रूप हो जाते। इस करके ब्रह्म दिसै ब्रह्म सुनिए। वैसे कोई ब्रह्म नज़र नहीं जे किसी नूं कदी आया। अपना यत्न करके देख लियो, ब्रह्म दिसिया कदी आपां नूं इन्हां अखां नाल? इन्हां अखां दा विषय ही नहीं है, ना वो किसी शब्द का विषय आ, ना किसी उन्हों कन नहीं सुन सकते, उन्होंने इंद्रियां अपनी अखां नहीं देख सकदियां, रसना नहीं कह सकती। जिन्हों इन्हां इंद्रियां ने पकड़ लिया ना जिहड़ी चीज़ नूं, वो कदी भी नहीं ब्रह्म हो सकती, रब नहीं हो सकती, परमात्मा नहीं हो सकती। क्यों? गुरबाणी का यह फैसला आ, 52 अखर लोक त्रै सब किश इन ही बाहें। ये गुरबाणी का फैसला जी भी 52 अखर लोक त्रै सब किश इन ही माहें। ये अखर खिर जाएंगे। साध की उपमा तेहो गुण ते दूर, साध की महिमा वेद ना जाने क्यों। हुण 52 अखर मन्ने जाते हैं जिहदे विच सारा वेद लिखिया होया, सारा वेद। ते भगत जी कबीर जी कहते हैं 52 अखर है ना जिहड़े, उन्हां च सारे संसार नूं कथन कर लो। त्रै लोक, तिन्नां लोकां दी गल उन्हां नाल कह लो। 52 अखर लोक त्रै सब किश इन ही माहें। पर जिथे जाके साधु की महिमा, साधु की ये अखर खिर जाएंगे। ओए अखर इनमें ना है, वो इन्हां विच नहीं जे। ते इन्हां अखरां दे नाल ते इन्हां इस लिपि दे नाल ते इस जबान दे नाल साधु का माप तोल है अपने पास? नहीं है। इस करके अज इन्नियां बेनतियां प्रवान करनियां महापुरुषों का। आप सारियां संगतां दा धन्नवाद।
बाकी कल समा जिन्ना कुछ महाराज जी बख्शणगे आपां अगे विचार करांगे जी। अज इन्नी ही बेनती प्रवान करनी। होइयां भुलां दी माफ़ी, असीस बख्शो, फतेह बुलाओ। वाहिगुरू जी का खालसा, वाहिगुरू जी की फतेह।